ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सम्मानयोग गुरु की साजी और नवाजी हुई गुरु का खास रूप गुरु खालसा साध संगत जियो, जिनके भाग बड़े हैं भाई तन साधु संग मुख जुरे। अमृत वेले तो सतगुरु नौवें पातशाह जी दे पवित्र पावन सचखंड दरबार विच एकत्र हो के हाजरियां भर के धन श्री गुरु ग्रंथ साहिब जी महाराज जी दे दर्शन परसरे और मेरी पीरी दे मालक सतगुरु श्री गुरु हरगोबिंद साहब जी महाराज जी का पावन पवित्र प्रकाश पुरब दिहाड़ा बहुत ही शरधा भावना अदब ते सत्कार सहित मनाउणा कर रहे। अज दे दिन मेरी पीरी दे मालक सतगुरु श्री गुरु हरगोबिंद साहब जी महाराज जी ने वडाली नगर विच प्रकाश धारण किया। धन श्री गुरु अर्जन देव साहब पंजवें पातशाह जी के गृह विखे महाराज जी की शादी तो बाद काफ़ी वरे बाद ताईं संतान नहीं सी। बाबे प्रिथी चंद दे मन विच कपट ते छल ते फरेब दी बिरती सी कि ओत ने इन्हां कोल जितनी संपदा है विभूति है गुरियाई समेत तो मेरे कोल आएगी और ओदा मालक मेरा पुत्र मेहरबान होवेगा। बाबा मेहरबान जी गुरु अर्जन देव साहब जी महाराज जी दे भतीजे ने सतगुरु जी बड़ा चाह करदे आ मेहरबान नूं गोद च बिठा के लाड़ लड़ाउंदे, क्योंकि मेरे साहब की दृष्टि तो सारियां प्रति एक समान है, ना कोई वैरी दिसदा ना कोई बगाना दिसदा है। एक दिन करमों ने जो बाबे पृथ्वी चंद की घरवाली है ते माता गंगा की जठानी है ताना मारिया कि तां ओत ने इन्हां दे घर विच जिहड़े कीमती दुशाले ने जो कुछ भी है इहदे मालक तां एक दिन असीं होना। दासी ने आके माता गंगा जी नूं दस्सिया। माता जी दे मन च कदे पहला संतान की इच्छा नहीं सी हुई, पर अज इच्छा हुई ते गुरु अर्जन देव साहब पंजवें पातशाह दे चरनां ते जाके नमस्कार करके बेनती कीती, महाराज हजारां लखां दीयां कामनावां पूरीआं करदे हो, मैं तुहाडी दासी हाँ, मेरी कामना भी पूरी करो। तां साहब पुछदे है सुमते ये दस की इच्छा है तेरी। महाराज मेरी गोद विच भी पुत खेडे मेरी इच्छा है। धन श्री गुरु अर्जन देव साहब जी कहन लगे गंगा जी गुरु नानक दे घर विच सब कुछ है, सतगुरु गुरु नानक साहब तुहाडी इच्छा पूरी करनगे। जाओ जाके ब्रह्म ज्ञानी धन बाबा बुढ़ा साहब जी दे कोल जाके बेनती करो। आप भी बचन कर सकते ने महाराज पंजवें पातशाह, पर सतगुरु जी अपने सेवकां दी वडियाई वेख के
ਬੜੇ ਪ੍ਰਸੰਨ ਹੁੰਦੇ ਆ। ਆਪਣੇ ਜਨਾਂ ਦੀ ਵਡਿਆਈ ਕਰਾ ਕੇ ਵੇਖ ਕੇ ਬੜੀ ਖੁਸ਼ੀ ਕਰਦੇ ਆ। ਮਾਤਾ ਜੀ ਰੱਥ ਤੇ ਸਵਾਰ ਹੋਏ, ਦਾਸੀਆਂ ਦਾਸ ਨਾਲ ਲਏ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਦੀ ਬੀੜ, ਠੱਠਾ ਨਗਰ ਹੈ, ਉੱਥੇ ਚੱਲ ਕੇ ਆਏ। ਸੁਭਾਵਕ ਬਚਨ ਹੋ ਗਿਆ ਇੱਕਦਮ ਭਗਦੜ ਵੇਖ ਕੇ ਵੀ ਇਹ ਗੁਰੂ ਕਿਆਂ ਨੂੰ ਅੱਜ ਭਾਜੜਾਂ ਕਿਵੇਂ ਪਈਆਂ। ਮਹਾਰਾਜ ਜੀ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਪਾਸ ਜਾ ਕੇ ਮਾਤਾ ਜੀ ਨੇ ਬੇਨਤੀ ਕੀਤੀ, ਬਾਬਾ ਜੀ ਪੁੱਤਰ ਦਾ ਵਰ ਲੈਣ ਆਈ ਹਾਂ। ਤੇ ਬਾਬਾ ਜੀ ਨੇ ਆਖਿਆ, ਮਾਤਾ ਜੀ ਮੈਂ ਤਾਂ ਗੁਰੂ ਨਾਨਕ ਦੇ ਘਰ ਦੇ ਖੇਤਾਂ ਦਾ ਘਾਈਆ ਹਾਂ, ਪੁੱਤਰ ਦੀ ਦਾਤ ਲੈਣੀ ਆ ਤਾਂ ਪੰਜਵੇਂ ਪਾਤਸ਼ਾਹ ਨੂੰ ਕਹੋ। ਮਾਤਾ ਜੀ ਨਿਰਾਸ਼ ਹੋ ਕੇ ਵਾਪਸ ਆ ਗਏ। ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬਾਬਾ ਜੀ ਨੇ ਏਦਾਂ ਜਵਾਬ ਦੇ ਦਿੱਤਾ। ਮਹਾਰਾਜ ਜੀ ਕਹਿਣ ਲੱਗੇ, ਗੰਗਾ ਜੀ ਮਹਾਂਪੁਰਸ਼ਾਂ ਸਾਧੂਆਂ ਦੇ ਕੋਲ ਜਦੋਂ ਕੁਝ ਲੈਣ ਜਾਈਏ ਤਾਂ ਬੜੀ ਨਿਮਰਤਾ ਤੇ ਹਲੀਮੀ ਨਾਲ ਜਾਣਾ ਚਾਹੀਦਾ। ਰੱਬ ਦੇ ਪਿਆਰਿਆਂ ਵਿੱਚ, ਮਹਾਂਪੁਰਸ਼ਾਂ ਵਿੱਚ ਤੇ ਪਰਮੇਸ਼ਰ 'ਚ ਕਦੇ ਭੇਦ ਨਹੀਂ ਸਮਝਣਾ। ਰੱਬ ਦੇ ਪਿਆਰੇ ਪਰਮੇਸ਼ਰ ਦਾ ਹੀ ਰੂਪ ਹੁੰਦੇ ਆ, ਪਰਮਾਤਮਾ ਦਾ ਨਿਤ ਅਵਤਾਰ ਹੁੰਦੇ ਆ ਜਿਹੜੇ ਮਹਾਂਪੁਰਸ਼ ਹੁੰਦੇ। ਉਹਨਾਂ ਕੋਲ ਨਿਮਰਤਾ ਨਾਲ, ਹਲੀਮੀ ਨਾਲ ਜਾਓ। ਬਾਬਾ ਬੁੱਢਾ ਸਾਹਿਬ ਜੀ ਮਿੱਸੇ ਪ੍ਰਸ਼ਾਦੇ ਬੜੇ ਖੁਸ਼ ਹੋ ਕੇ ਛਕਦੇ ਆ, ਤੇ ਗੰਗਾ ਜੀ ਹੱਥੀਂ ਤਿਆਰ ਕਰੋ, ਮਿੱਸੀਆਂ ਰੋਟੀਆਂ ਤੇ ਲੈ ਕੇ ਜਾਓ, ਨਾਲੇ ਰੱਥ ਤੇ ਨਾ ਜਾਇਓ, ਪੈਦਲ ਜਾਇਓ। ਧੰਨ ਮਾਤਾ ਗੰਗਾ ਜੀ ਰਾਤ ਨੂੰ ਅੱਜ ਦਹੀਂ ਜਮਾ ਦਿੱਤੀ ਹੈ। ਸਵੇਰੇ ਸਵਖਤੇ ਉੱਠ ਕੇ ਆਪਣੇ ਹੱਥੀਂ ਤਾਜ਼ਾ ਆਟਾ ਪੀਸਿਆ। ਦਾਸੀਆਂ ਕਹਿੰਦੀਆਂ ਅਸੀਂ ਪੀਸਦੀਆਂ, ਕਹਿੰਦੇ ਨਾ ਭਾਈ ਇਹ ਸੇਵਾ ਮੈਂ ਆਪਣੇ ਹੱਥੀਂ ਕਰਨੀ। ਆਪਣੇ ਹੱਥੀਂ ਆਟਾ ਪੀਸ ਕੇ ਵਿੱਚ ਛੋਲੇ ਪਾ ਕੇ ਉਹਨਾਂ ਨੂੰ ਪੀਸਿਆ, ਪ੍ਰਸ਼ਾਦੇ ਤਿਆਰ ਕੀਤੇ ਮਾਤਾ ਜੀ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਮੋਟ ਰੋਟਕਾ, ਮੋਟੀਆਂ ਮੋਟੀਆਂ ਰੋਟੀਆਂ ਬਣਾਈਆਂ ਨੇ। ਪੁਰਾਣੇ ਸਮਿਆਂ ਵਿੱਚ ਜ਼ਿਆਦਾ ਤੌਰ ਤੇ ਹੁਣ ਵੀ ਬਜ਼ੁਰਗ ਮਾਤਾਵਾਂ ਜਦੋਂ ਚੁੱਲ੍ਹਿਆਂ ਦੇ ਉੱਤੇ, ਅੱਗ ਵਾਲੇ ਚੁੱਲ੍ਹਿਆਂ ਦੇ ਉੱਤੇ ਪ੍ਰਸ਼ਾਦਾ ਤਿਆਰ ਕਰਦੇ ਆ ਤੇ ਵੱਡਾ ਪ੍ਰਸ਼ਾਦਾ, ਭਾਰਾ ਮੋਟਾ ਪ੍ਰਸ਼ਾਦਾ ਤਿਆਰ ਕਰਦੇ, ਉਹ ਸਹਿਜੇ ਸਹਿਜੇ ਪੱਕਦਾ ਹੈ। ਤੋ ਪ੍ਰਸ਼ਾਦੇ ਮਾਤਾ ਜੀ ਨੇ ਤਿਆਰ ਕੀਤੇ, ਦਹੀਂ ਆਪਣੇ ਹੱਥਾਂ ਨਾਲ ਰਿੜਕੀ ਤੇ ਥੋੜੀ ਥੋੜੀ ਖਟਾਸ ਵਾਲੀ ਲੱਸੀ ਤਿਆਰ ਹੋਈ। ਮੱਖਣ ਵੱਖਰਾ ਕੱਢ ਕੇ ਕੁੱਜੇ 'ਚ ਪਾਇਆ, ਲੱਸੀ ਇੱਕ ਚਾਟੀ 'ਚ ਪਾ ਕੇ, ਪ੍ਰਸ਼ਾਦੇ ਬੰਨ੍ਹ ਕੇ, ਨਾਲ ਇੱਕ ਗੰਢਾ ਲੈ ਕੇ, ਅਚਾਰ ਲੈ ਕੇ, ਸਤਿਕਾਰਯੋਗ ਮਾਤਾ ਗੰਗਾ ਜੀ ਨੇ ਪੱਤਾ ਆਪਣੇ ਸੀਸ ਤੇ ਰੱਖਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬੇ ਬੁੱਢੇ ਦੀ ਬੀੜ ਨੂੰ ਪੈਦਲ ਟੁਰ ਪਏ। ਲੰਮਾ ਪਿੰਡ ਹੈ, ਦਾਸੀਆਂ ਦਾਸ ਨਾਲ ਆਏ ਨੇ। ਮਾਤਾ ਜੀ ਨੇ ਵਰਜ ਦਿੱਤਾ, ਮੇਰੇ ਨਾਲ ਨਹੀਂ ਕਿਸੇ ਜਾਣਾ। ਥੋੜੀ ਦੂਰੀ ਤੇ ਰਹਿ ਕੇ ਫਿਰ ਵੀ ਉਹਨਾਂ ਆਪਣੀ ਡਿਊਟੀ ਨਿਭਾਈ। ਮਾਤਾ ਗੰਗਾ ਜੀ ਟੁਰੇ ਜਾ ਰਹੇ ਨੇ ਸਾਹਿਬ ਦੇ ਸਿਮਰਨ ਦੇ ਰੰਗ ਵਿੱਚ ਰੰਗੇ ਹੋਏ, ਕਦੇ ਇਹਨਾਂ ਚੱਲੇ ਨਹੀਂ ਹਨ।
ਸੀਸ ਤੇ ਚਾਟੀ ਧਰੀ ਆ, ਲੱਸੀ ਦੀ ਗਰਦਨ ਆਕੜ ਗਈ ਹੈ, ਪਰ ਮਨ ਅਡੋਲ ਹੈ ਕਿ ਅੱਜ ਮੈਨੂੰ ਪੁੱਤਰ ਦਾ ਵਰ ਪ੍ਰਾਪਤ ਹੋ ਜਾਣਾ। ਅੱਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਪੀੜ੍ਹੀ ਅੱਗੇ ਵੇਲ ਵਧਣੀ ਹੈ, ਚੱਲਣੀ ਹੈ। ਸਤਿਗੁਰ ਸਾਚਾ ਦੀਆ ਭੇਜ ਦੀ ਖੇਡ ਵਰਤਣੀ ਹੈ। ਜਦੋਂ ਪਹੁੰਚੇ ਮਾਤਾ ਜੀ ਬਾਬਾ ਬੁੱਢਾ ਸਾਹਿਬ ਜੀ ਅੱਗੇ ਪਹਿਲਾਂ ਹੀ ਉਡੀਕ ਰਹੇ ਨੇ, ਮਾਨੋ ਜਿਵੇਂ ਜਾਣਦੇ ਨੇ। ਅੱਗੇ ਆਏ, ਵੱਧ ਕੇ ਮਾਤਾ ਜੀ ਦੇ ਸਿਰ ਤੋਂ ਆਪ ਚਾਟੀ ਲਾਈ ਤੇ ਆਖਿਆ, ਮਾਤਾ ਜੀ ਤਾਂ ਬੜਾ ਚੰਗਾ ਕੀਤਾ, ਤੁਹਾਨੂੰ ਪਤਾ ਸੀ ਵੀ ਅੱਜ ਤੁਹਾਡੇ ਪੁੱਤ ਨੂੰ ਭੁੱਖ ਡਾਢੀ ਲੱਗੀ, ਆਪ ਹੀ ਆ ਗਏ ਪ੍ਰਸ਼ਾਦਾ ਲੈ ਕੇ। ਬੜੇ ਚਾਅ ਨਾਲ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਖੋਲ ਕੇ ਛਕਣ ਲੱਗੇ ਨੇ। ਇੱਕਦਮ ਬਿਜਲੀ ਕੜਕੀ ਹੈ, ਬੱਦਲ ਗਰਜੇ ਨੇ, ਹਾਲਾਂਕਿ ਧੁੱਪ ਚੜੀ ਹੋਈ ਹੈ। ਬਿਜਲੀ ਦਾ ਗਰਜਣਾ ਤੇ ਬੱਦਲਾਂ ਦਾ ਗੜਜਣਾ ਥੋੜਾ ਜਿਹਾ ਅਸੰਭਵ ਸੀ, ਪਰ ਕਹਿੰਦੇ ਉਹ ਚਮਕਦੀ ਹੋਈ ਬਿਜਲੀ ਤੇ ਗਰਜਦੇ ਹੋਏ ਬੱਦਲ ਮਾਨੋ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਰਹੇ ਨੇ, ਬਾਬਾ ਜੀ ਦੇਰੀ ਨਾ ਲਾਓ, ਅੱਜ ਮਾਤਾ ਗੰਗਾ ਜੀ ਆਏ ਨੇ, ਗੁਰੂ ਕੇ ਮਹਿਲ ਆਏ ਨੇ, ਤੁਸੀਂ ਬਚਨ ਕਰੋ ਇਹਨਾਂ ਦੇ ਗ੍ਰਹਿ ਵਿਖੇ ਪੁੱਤਰ ਦਾ ਜਨਮ ਹੋਵੇ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ, ਆਖਿਆ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਮਾਤਾ ਜੀ ਤੁਹਾਡੇ ਗ੍ਰਹਿ ਵਿਖੇ ਸੂਰਬੀਰ ਬਹਾਦਰ ਯੋਧਾ ਪੁੱਤ ਜਨਮ ਲਵੇਗਾ, ਜਿਹੜਾ ਮਲੇਛਾਂ ਦੇ ਸਿਰ ਭੰਨੇਗਾ, ਜਰਵਾਣਿਆਂ ਦੇ ਸਿਰ ਭੰਨੇਗਾ। ਮਾਤਾ ਜੀ ਨੂੰ ਮਾਨੋ ਜਿਵੇਂ ਅੱਜ ਹੀ ਪੁੱਤ ਦੀ ਪ੍ਰਾਪਤੀ ਹੋ ਗਈ ਹੋਵੇ, ਇੰਨੀ ਖੁਸ਼ੀ। ਵਾਪਸ ਆਏ, ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਬਾਬਾ ਜੀ ਨੇ ਵਰ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ ਹੈ। ਉੱਥੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਮਾਝੇ ਦੇ ਇਲਾਕੇ 'ਚ ਪ੍ਰਗਟ ਹੋਇਆ, ਪੁੱਤਰਾਂ ਦੇ ਦਾਨੀ। ਅੱਜ ਵੀ ਉਹ ਜੋੜ ਮੇਲਾ ਅੱਸੂ ਦੇ ਮਹੀਨੇ 'ਚ ਬਾਬਾ ਬੁੱਢਾ ਸਾਹਿਬ ਦੀ ਬੀੜ ਵਿਖੇ ਮਨਾਇਆ ਜਾਂਦਾ ਹੈ, ਜਿਸ ਦਿਨ ਮਾਤਾ ਜੀ ਨੂੰ ਬਾਬਾ ਜੀ ਨੇ ਬਚਨ ਕੀਤਾ ਸੀ। ਮਾਝੇ ਦੇ ਹਰ ਇੱਕ ਨਗਰ ਦੇ ਵਿੱਚੋਂ ਤਕਰੀਬਨ ਪੈਦਲ ਚੱਲ ਕੇ ਸੰਗਤਾਂ ਆਉਂਦੀਆਂ। ਪਿਛਲੇ ਸਾਲ ਦਾਸ ਗਿਆ ਸੀ, ਸੁਭਾਵਕ ਉੱਥੇ ਕੋਈ ਸਮਾਗਮ ਸੀ ਨੇੜੇ। ਰਾਤ ਦੇ ਸਮੇਂ 12-1 ਵਜੇ ਨਿੱਕੇ ਨਿੱਕੇ ਬੱਚੇ ਪੈਦਲ ਟੁਰ ਕੇ ਜਾ ਰਹੇ। ਜਿਹਨੂੰ ਪੁੱਛਿਆ ਕਹਿੰਦੇ ਬਾਬੇ ਬੁੱਢੇ ਦੀ ਬੀੜ ਚੱਲੇ। ਇਹ ਭਾਵਨਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਕੀਤਾ, ਗੰਗਾ ਜੀ ਜਿਹੜਾ ਬਚਨ ਬਾਬਾ ਜੀ ਨੇ ਪਹਿਲੋਂ ਕੀਤਾ ਪਹਿਲੋਂ ਪੂਰਾ ਹੋਣਾ ਚਾਹੀਦਾ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਵਡਾਲੀ ਆਏ, ਬਾਬਾ ਜੀ ਦਾ ਬਚਨ ਪੂਰਾ ਹੋਇਆ। ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਕਲਾਵਰਤੀ ਅੱਜ ਦੇ ਦਿਨ ਅੰਮ੍ਰਿਤ ਵੇਲੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਕੀ ਵਡਾਲੀ ਨਗਰ ਵਿੱਚ ਮਾਤਾ ਗੰਗਾ ਜੀ ਦੇ ਉਦਰ ਤੋਂ ਪ੍ਰਕਾਸ਼ਮਾਨ ਹੋਣਾ ਕੀਤਾ, ਅਵਤਾਰ ਧਾਰਨ ਕੀਤਾ। ਦਾਸੀ ਭੱਜੀ ਆਈ, ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੀ ਹੈ, ਮਹਾਰਾਜ ਵਧਾਈਆਂ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ। ਤੇ ਮੇਰੇ ਸਾਹਿਬ ਨੇ ਆਖਿਆ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵੇਲ ਵੱਧ ਚੱਲੀ, ਖੁਸ਼ੀ ਮਨਾਈ। ਧੰਨ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੂੰ ਪਤਾ ਲੱਗਾ, ਉਹ ਵਡਾਲੀ ਪਹੁੰਚੇ। ਬਾਬਾ ਜੀ ਨੇ ਆਪਣੇ ਦਸਤ ਕਮਲਾਂ 'ਚ 6ਵੇਂ ਪਾਤਸ਼ਾਹ ਜੀ ਨੂੰ ਚੁੱਕਿਆ ਤੇ ਦਰਸ਼ਨ ਕੀਤੇ ਐ। ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਐ।
ਨਮਸਕਾਰ ਕਰਦਿਆਂ ਆਖਿਆ, ਇਹ ਦਲ ਭੰਜਨ ਗੁਰ ਸੂਰਮਾ ਹੈ। ਇਹ ਦਲ ਭੰਜਨ ਗੁਰ ਸੂਰਮਾ ਹੈ। 3 ਕੁ ਸਾਲ ਦੀ ਉਮਰ ਹੋਈ ਜਦੋਂ 6ਵੇਂ ਪਾਤਸ਼ਾਹ ਜੀ ਦੀ ਤੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਹੋਈ। ਉਸ ਵੇਲੇ ਮਹਾਰਾਜ 6ਵੇਂ ਪਾਤਸ਼ਾਹ ਦੀ ਤਨ ਦੀ ਉਮਰ ਤਕਰੀਬਨ 11 ਸਾਲ ਦੀ ਸੀ। ਗੁਰਗੱਦੀ ਤੇ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਮੀਰੀ ਤੇ ਪੀਰੀ ਦੀਆਂ 2 ਸ਼ਮਸ਼ੀਰਾਂ 2 ਤਲਵਾਰਾਂ ਮਹਾਰਾਜ ਜੀ ਨੇ ਗਾਤਰੇ ਧਾਰਨ ਕੀਤੀਆਂ। ਸੁਰ ਸਿੰਘ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਰਨਤਾਰਨ ਸਾਹਿਬ ਦੇ ਨੇੜੇ ਇਹ ਪਿੰਡ ਸੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਬਾਬਾ ਜੀ ਇੱਥੋਂ 2 ਢਾਡੀਆਂ ਨੂੰ ਆਪਣੇ ਨਾਲ ਲੈ ਕੇ ਗਏ। ਇੱਕ ਦਾ ਨਾਮ ਸੀ ਨੱਥਾ ਤੇ ਦੂਜੇ ਦਾ ਨਾਮ ਸੀ ਭਾਈ ਅਬਦੁੱਲਾ। ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹਾਜ਼ਰ ਹੋਏ ਤੇ ਆਖਿਆ, ਮਹਾਰਾਜ ਢਾਡੀ ਹਾਜ਼ਰ ਹੋਏ ਆਪ ਜੀ ਦੇ ਚਰਨਾਂ 'ਚ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਸੀ, ਅਕਾਲ ਤਖਤ ਸਾਹਿਬ ਤੇ ਢਾਡੀਆਂ ਨੇ ਵਾਰਾਂ ਗਾਈਆਂ ਤੇ ਪਹਿਲੀ ਵਾਰ ਗਾ ਕੇ 6ਵੇਂ ਪਾਤਸ਼ਾਹ ਦੀ ਸਿਫਤ ਕਰਦਿਆਂ ਕਿਹਾ, 2 ਸ਼ਮਸ਼ੀਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਜਦੋਂ ਕਿਹਾ ਨਾ, ਪੱਗ ਤੇਰੀ ਕੀ ਜਹਾਂਗੀਰ ਦੀ। ਮਹਾਰਾਜ ਦਸਤਾਰ ਤਾਂ ਤੁਹਾਡੀ ਆ, ਜਹਾਂਗੀਰ ਦੀ ਕਾਹਦੀ ਦਸਤਾਰ। ਤੇ ਇੱਕ ਬੜਾ ਵੱਡਾ ਨਾਰਾ ਸੀ ਸਮੇਂ ਦੇ ਹੁਕਮਰਾਨਾਂ ਦੇ ਬਰਖਲਾਫ, ਉਹਨਾਂ ਦੇ ਜ਼ੁਲਮ ਦੇ ਖਿਲਾਫ। ਭਗਤੀ ਨਾਲ ਸ਼ਕਤੀ ਦਾ ਮੇਲ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਕਿਉਂਕਿ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਧਰਮ ਤੇ ਨੀਤੀ, ਇਹ ਸੁਮੇਲ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਸਮਾਂ ਬੀਤਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਹੌਰ ਤੋਂ ਫੌਜਾਂ ਚੜ੍ਹ ਕੇ ਆਈਆਂ। ਅੰਮ੍ਰਿਤਸਰ ਸਾਹਿਬ, ਲੋਹਗੜ੍ਹ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਜੰਗ ਲੜਿਆ। ਇਹ ਸਿੱਖਾਂ ਦਾ ਪਹਿਲਾ ਜੰਗ ਸੀ ਸਮੇਂ ਦੇ ਜਰਬਾਣਿਆਂ ਦੇ ਖਿਲਾਫ। ਔਰ ਇਸ ਪਹਿਲੀ ਜੰਗ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ। 4 ਜੰਗਾਂ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਲੜੀਆਂ। ਐਸੇ ਦੀਨ ਦਿਆਲ ਸਤਿਗੁਰੂ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਸ਼੍ਰੀ ਹਰਗੋਬਿੰਦਪੁਰਾ ਨਗਰ ਖੂਬ ਵਸਾਇਆ। ਮਾਲਵੇ ਦੇ ਇਲਾਕੇ ਨੂੰ ਕਰਤਾਰਥ ਕੀਤਾ। ਮਹਾਰਾਜ ਦਾ ਜੰਗ ਲੜਿਆ। ਸ੍ਰੀ ਕਰਤਾਰਪੁਰ ਸਾਹਿਬ ਆ ਕੇ ਕਰਤਾਰਪੁਰ ਸਾਹਿਬ ਦਾ ਜੰਗ ਲੜਿਆ। ਬਾਬਾ ਅਲਮਸਤ ਜੀ ਨਾਨਕ ਮਤੇ ਦੇ ਇਲਾਕੇ ਦੇ ਵਿੱਚ ਬੈਠੇ ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅਸਥਾਨ ਦਾ ਨਿਰਾਦਰ ਕੀਤਾ। ਮਹਾਰਾਜ ਜੀ ਦੇ ਹੱਥਾਂ ਦੀ ਨਿਸ਼ਾਨੀ ਪਿੱਪਲ ਦਾ ਦਰਖਤ ਤੋਂ ਸਾੜ ਦਿੱਤਾ। ਉੱਥੇ ਬੈਠਿਆਂ ਆਰਾਧਨਾ ਕੀਤੀ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਮੇਰੀ ਰੱਖਿਆ ਕਰੋ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਫੌਜਾਂ ਸਮੇਤ ਮਹਾਰਾਜ ਜੀ ਨਾਨਕ ਮਤਾ ਸਾਹਿਬ ਪਹੁੰਚੇ। ਬਾਬੇ ਅਲਮਸਤ ਨੂੰ ਦਰਸ਼ਨ ਦਿੱਤੇ। ਸਿੱਧਾਂ ਨੂੰ ਦੰਡ ਦੇ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ, ਉਹਦੀ ਮਰਿਆਦਾ ਬਹਾਲ ਕੀਤੀ। ਜਿਹੜਾ ਦਰਖਤ ਸੜ ਚੁੱਕਾ ਸੀ, ਮਹਾਰਾਜ ਜੀ ਆਖਿਆ ਇਹਦੇ ਵਿੱਚ ਕੇਸਰ ਤੇ ਚੰਦਨ ਮਿਲਾ ਕੇ ਚਰਚਣ ਕਰੋ, ਹਰਾ ਭਰਾ ਹੋ ਜਾਏਗਾ। ਸੁੱਕੇ ਦਰਖਤ ਦੇ ਉੱਤੇ ਜਦੋਂ ਚਰਚਣ ਕੀਤਾ, ਰਾਤੋਂ ਰਾਤ ਉਹਦੇ ਵਿੱਚੋਂ ਹਰੀਆਂ ਲਗਰਾਂ ਫੁੱਟ ਆਈਆਂ। ਅੱਜ ਵੀ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਵੱਲੋਂ ਕੀਤੇ ਹੋਏ ਉਸ ਕੇਸਰ ਦੇ ਛਿੜਕਾਵ ਦੇ ਨਿਸ਼ਾਨ ਉਹਦੇ ਪੱਤਿਆਂ ਤੇ ਵੇਖਣ ਨੂੰ ਮਿਲਦੇ ਹਨ।
ਕਿੱਥੇ ਕਸ਼ਮੀਰ ਦੇ ਇਲਾਕੇ 'ਚ ਮਾਈ ਭਾਗ ਭਰੀ ਬੈਠੀ, ਏਡੇ ਗਰੀਬ ਨਵਾਜ ਨੇ ਮੇਰੇ ਸਾਹਿਬ ਸੱਚੇ ਪਾਤਸ਼ਾਹ। ਮੈਂ ਗਰੀਬਣੀ ਦਾ ਇਹ ਕੱਤਿਆ ਹੋਇਆ ਸੂਤਰ ਦੇ ਧਾਗੇ ਦਾ ਚੋਲਾ ਉਹ ਪਾਤਸ਼ਾਹ ਦੇ ਪਾਤਸ਼ਾਹ ਸਾਹਿਬ ਆਪਣੇ ਤਨ ਤੇ ਕਿਵੇਂ ਪਾਉਣਗੇ? ਲੁਕੋ ਲਿਆ। ਮੰਗ ਕੇ ਕਹਿੰਦੇ ਆ, ਮਾਈ ਸਾਡੀ ਪੁਸ਼ਾਕ ਤਿਆਰ ਕੀਤੀ ਐ, ਤੈਂ ਹਾਜ਼ਰ ਨਹੀਂ ਕੀਤੀ, ਉਹੀ ਤਾਂ ਪਾਉਣ ਆਏ ਆ। ਮਾਤਾ ਦੇ ਨੇਤਰ ਸਜਲ ਨੇ, ਅੱਗੇ ਪੁਸ਼ਾਕ ਕੀਤੀ ਐ। ਉਹ ਚੋਲਾ ਮਹਾਰਾਜ ਜੀ ਨੇ ਜਿਹੜਾ ਰੇਸ਼ਮ ਦਾ ਚੋਲਾ ਪਾਇਆ ਉਹਦੇ ਉੱਤੋਂ ਦੀ ਪਾ ਕੇ ਉਹਨੂੰ ਥੱਲੇ ਕੱਜ ਲਿਆ। ਮਾਈ ਭਾਗ ਭਰੀ ਨੂੰ ਕਰਤਾਰਥ ਕੀਤਾ। ਗੁਜਰਾਤ ਦੇ ਇਲਾਕੇ ਵਿੱਚ ਦੌਲਾਂ ਦੀ ਗੁਜਰਾਤ, ਲਹਿੰਦੇ ਪੰਜਾਬ ਵਿੱਚ ਮਹਾਰਾਜ ਜੀ ਨੇ ਅਨੇਕਾਂ ਜੀਵਾਂ ਨੂੰ ਕਰਤਾਰਥ ਕੀਤਾ, ਮੀਆਂ ਦੌਲਾਂ ਨੂੰ ਕਰਤਾਰਥ ਕੀਤਾ। ਲਾਹੌਰ ਆਏ। ਲਾਹੌਰ ਵਿੱਚ ਸਾਈਂ ਮੀਆਂ ਮੀਰ ਜੀ ਮਹਾਰਾਜ ਜੀ ਦੇ ਸੇਵਕ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਅਭਲਾਖਾ ਹੋਈ। ਆਪਣੇ ਤਕੀਏ ਵਿੱਚ ਬਿਰਧ ਅਵਸਥਾ ਵਿੱਚ ਨੇ। ਛੇਵੇਂ ਪਾਤਸ਼ਾਹ ਖੁਦ ਚੱਲ ਕੇ ਸਾਈਂ ਮੀਆਂ ਮੀਰ ਜੀ ਦੇ ਤਕੀਏ ਵੱਲ ਗਏ, ਘੋੜੇ ਤੇ ਸਵਾਰ ਨੇ। ਸਾਈਂ ਜੀ ਨੂੰ ਕਿਸੇ ਨੇ ਖਬਰ ਦਿੱਤੀ, ਸਾਈਂ ਜੀ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਵੱਲ ਆ ਰਹੇ ਨੇ। ਆਪਣੇ ਡੇਰੇ ਚੋਂ ਬਾਹਰ ਨਿਕਲ ਕੇ ਆ ਕੇ ਸਤਿਗੁਰਾਂ ਨੂੰ ਜੀਓ ਆਇਆ ਕਹਿਣ ਲਈ ਖਲੋਤੇ ਨੇ। ਛੇਵੇਂ ਪਾਤਸ਼ਾਹ ਘੋੜੇ ਤੇ ਚੜੇ ਆਉਂਦੇ ਐ। ਕੋਲ ਆ ਕੇ ਘੋੜਾ ਰੋਕਿਆ ਤੇ ਸਾਈਂ ਜੀ ਨੇ ਰਕਾਬ ਮਹਾਰਾਜ ਜੀ ਦੇ ਚਰਨਾਂ ਵਾਲੀ ਹੱਥਾਂ 'ਚ ਲਈ ਹੈ। ਗੁਰਦੇਵ ਨੂੰ ਘੋੜੇ ਤੋਂ ਥੱਲੇ ਉਤਾਰਿਆ ਤੇ ਚਰਨਾਂ ਤੇ ਬੜੇ ਪਿਆਰ ਨਾਲ ਝੁਕ ਕੇ ਸਲਾਮ ਕੀਤੀ। ਕੁਝ ਬ੍ਰਹਮ ਵਿਚਾਰਾਂ ਹੋਈਆਂ ਨੇ। ਸਾਈਂ ਮੀਆਂ ਮੀਰ ਜੀ ਨੂੰ ਦਰਸ਼ਨ ਦੇ ਕੇ ਸਾਹਿਬ ਜਦੋਂ ਵਾਪਸ ਪਰਤ ਗਏ, ਕੁਝ ਕੱਟੜ ਤੇ ਮੁਤਸਬੀ ਮੁਸਲਮਾਨਾਂ ਨੇ ਬਾਦਸ਼ਾਹ ਸ਼ਾਹ ਜਹਾਨ ਦੇ ਕੰਨ ਭਰੇ। ਬਾਦਸ਼ਾਹ, ਸਾਈਂ ਮੀਆਂ ਮੀਰ ਨੇ ਇਸਲਾਮ ਦੀ ਤੋਹੀਨ ਕੀਤੀ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਉਹਨੇ ਮੱਥਾ ਟੇਕਿਆ। ਇਹਦੇ ਨਾਲ ਸਾਰੇ ਇਸਲਾਮ ਜਗਤ ਦਾ ਸਿਰ ਨੀਵਾਂ ਹੋਇਆ। ਬਾਦਸ਼ਾਹ ਬੜਾ ਗੁੱਸੇ ਵਿੱਚ ਸੀ। ਚੱਲ ਕੇ ਸਾਈਂ ਮੀਆਂ ਮੀਰ ਜੀ ਕੋਲ ਆਇਆ। ਕਹਿਣ ਲੱਗਾ, ਸਾਈਂ ਜੀ ਤੁਸੀਂ ਇਸਲਾਮ ਧਰਮ ਦੇ ਮਹਾਨ ਪੀਰ ਹੋ, ਤੁਹਾਨੂੰ ਇਹ ਕੰਮ ਨਹੀਂ ਸੀ ਸੋਭਦਾ ਕਿ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਇਹ ਯੋਗ ਨਹੀਂ ਹੈ, ਤੁਸੀਂ ਇਹਦੇ ਨਾਲ ਇਸਲਾਮ ਦੀ ਤੋਹੀਨ ਕੀਤੀ। ਸਾਈਂ ਮੀਆਂ ਮੀਰ ਜੀ ਕਹਿੰਦੇ, ਜੇ ਮੈਂ ਨਮਸਕਾਰ ਨਾ ਕਰਦਾ ਫਿਰ ਇਸਲਾਮ ਦੀ ਤੋਹੀਨ ਹੋਣੀ ਸੀ। ਉਹਨਾਂ ਨੂੰ ਨਮਸਕਾਰ ਕੀਤਿਆਂ ਇਸਲਾਮ ਦਾ ਸਿਰ ਨੀਵਾਂ ਨਹੀਂ ਹੋਇਆ, ਉੱਚਾ ਹੋ ਗਿਆ। ਤੂੰ ਜਾਣਦਾ ਹੈ ਉਹ ਕੌਣ ਨੇ? ਸੁਣ, ਮੈਂ ਤੈਨੂੰ ਦੱਸਦਾ ਹਾਂ। ਖੁਦਾ ਦੀ ਦਰਗਾਹ ਵਿੱਚ ਜਦੋਂ ਮੇਰੇ ਵਰਗੇ ਪੀਰ, ਮੇਰੇ ਵਰਗੇ ਪੈਗੰਬਰ ਔਲੀਏ ਪਹੁੰਚਦੇ ਨੇ, ਅਸੀਂ ਤੁਹਾਡੇ ਵਰਗੇ ਮੁਰੀਦਾਂ ਦੀਆਂ ਜਾ ਕੇ ਉੱਥੇ ਪੁਕਾਰਾਂ ਕਰਨੀਆਂ ਹੁੰਦੀਆਂ, ਖੁਦਾ ਦੇ ਕੋਲੋਂ ਕੁਝ ਮੰਗ ਕੇ ਲਿਆ ਕੇ ਤਾਂ ਤੁਹਾਨੂੰ ਦੇਣਾ ਹੁੰਦਾ। ਤੇ ਜਦੋਂ ਅਸੀਂ ਖੁਦਾ ਦੀ ਦਰਗਾਹ ਵਿੱਚ ਪਹੁੰਚਦੇ ਹਾਂ ਤੇ ਖੁਦਾ ਦੀ ਦਰਗਾਹ ਦਾ ਦਰਵਾਜ਼ਾ ਬੰਦ ਹੁੰਦਾ, ਅਸੀਂ ਬਾਹਰ ਖਲੋ ਜਾਂਦੇ ਹਾਂ। ਬਾਹਰ ਖਲੋ ਕੇ ਅਸੀਂ ਪੁਕਾਰ ਕਰਦੇ ਹਾਂ। ਸਾਡੀ ਪੁਕਾਰ ਸੁਣ ਕੇ ਉਹ ਦਰਵਾਜ਼ਾ ਖੁੱਲਦਾ ਹੈ ਤੇ ਨਿਰੰਕਾਰ ਦੇ ਖੁਦਾ ਦੇ ਉਸ ਘਰ ਦੇ ਦਰਵਾਜ਼ੇ ਨੂੰ ਖੋਲ ਕੇ ਬਾਹਰ ਆ ਕੇ ਜਿਹੜੇ ਸਾਡੀ ਪੁਕਾਰ ਸੁਣਨ ਆਉਂਦੇ ਨੇ, ਉਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਹਨ। ਸਤਿ ਸ੍ਰੀ ਅਕਾਲ। ਸਾਡੇ ਕੋਲ ਆ ਕੇ ਸਾਡੀਆਂ ਪੁਕਾਰਾਂ ਸੁਣਦੇ ਨੇ, ਫਿਰ ਅੰਦਰ ਚਲੇ ਜਾਂਦੇ ਐ। ਦਰਵਾਜ਼ਾ ਫਿਰ ਬੰਦ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਫਿਰ ਬਾਹਰ ਆਉਂਦੇ ਐ।
ਤੇ ਕਹਿੰਦੇ ਆ ਤੁਹਾਡੀ ਪੁਕਾਰ ਪ੍ਰਵਾਨ ਹੋ ਗਈ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਵੱਖਰਾ ਖੁਦਾ ਹੈ ਕਿ ਨਹੀਂ, ਪਰ ਸਾਡੇ ਵਾਸਤੇ ਤਾਂ ਖੁਦਾ ਦੀ ਪਾਕ ਮੂਰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਹਨ, ਜਿਨ੍ਹਾਂ ਦੇ ਪਾਸ ਸਾਡੀ ਪੁਕਾਰ ਸੁਣੀ ਜਾਂਦੀ ਹੈ। ਤੇ ਦੱਸ ਫਿਰ ਮੈਂ ਉਹਨਾਂ ਨੂੰ ਨਮਸਕਾਰ ਕਿਉਂ ਨਾ ਕਰਦਾ, ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਕਿਉਂ ਨਾ ਟੇਕਦਾ। ਮੈਂ ਸਾਰੀ ਜ਼ਿੰਦਗੀ ਉਹਨਾਂ ਦੇ ਚਰਨਾਂ ਵਿੱਚ ਸੀਸ ਰੱਖੀ ਰੱਖਾਂ ਤਾਂ ਵੀ ਉਹਨਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਸਕਦਾ। ਇੱਕ ਮੁਸਲਮਾਨ ਫਕੀਰ ਦੀ ਦ੍ਰਿਸ਼ਟੀ ਵਿੱਚ ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਹਨ। ਅਨੇਕਾਂ ਜੀਵਾਂ ਨੂੰ ਮਹਾਰਾਜ ਜੀ ਨੇ ਕਿਰਤਾਰਥ ਕੀਤਾ ਹੈ, ਅਨੇਕਾਂ ਸਿੱਖਾਂ ਨੂੰ ਕਿਰਤਾਰਥ ਕੀਤਾ ਹੈ। ਐਸੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਜਦੋਂ ਦਰਸ਼ਨ ਕੀਤੇ ਭਾਈ ਗੁਰਦਾਸ ਜੀ ਨੇ, ਤੇ ਦਰਸ਼ਨ ਕਰਦਿਆਂ ਉਹਨਾਂ ਆਖਿਆ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਪਾਤਸ਼ਾਹ ਹੋ, ਪਾਤਸ਼ਾਹਾਂ ਦੇ ਪਾਤਸ਼ਾਹ ਹੋ। ਇਹ ਦੁਨੀਆ ਦੇ ਪਾਤਸ਼ਾਹ ਝੂਠੇ ਪਾਤਸ਼ਾਹ ਨੇ, ਮਹਾਰਾਜ ਤੁਸੀਂ ਸੱਚੇ ਪਾਤਸ਼ਾਹ ਹੋ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲਾਂ ਨੂੰ ਭੰਨਣ ਵਾਲੇ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਯੋਧਾ ਵੀ ਹੋਣਾ ਤੇ ਪਰਉਪਕਾਰੀ ਵੀ ਹੋਣਾ, ਇਹ ਦੋਵੇਂ ਗੱਲਾਂ ਨਹੀਂ ਹੁੰਦੀਆਂ। ਸਤਿਗੁਰੂ ਵੱਡੇ ਯੋਧੇ ਵੀ ਨੇ ਤੇ ਫਿਰ ਜਿਹੜੇ ਜੰਗ ਲੜੇ ਨੇ ਉਹ ਪਰਉਪਕਾਰ ਵਾਸਤੇ ਲੜੇ ਨੇ। ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਜੁਗ ਪੀੜੀ ਸੋਡੀਆਂ ਨਿਹਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ। ਦਲ ਪੰਜਨ ਗੁਰ ਸੂਰਮਾ, 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 ਵੱਡ ਜੋਧਾ ਬਹੁ ਪਰ ਉਪਕਾਰੀ, 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 ਵੱਡ ਜੋਧਾ ਬਹੁ ਪਰ ਉਪਕਾਰੀ। ਐਸੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਜਿੱਥੇ ਅੱਜ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ, ਉੱਥੇ ਅੱਜ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਸਤਿ ਸ੍ਰੀ ਅਕਾਲ। ਗੁਰਦਾਸ ਨੰਗਲ ਦੀ ਗੜ੍ਹੀ ਚੋਂ ਬਾਬਾ ਜੀ ਦੀ ਗ੍ਰਿਫਤਾਰੀ ਹੋਈ, ਲਾਹੌਰ ਲਿਜਾਇਆ ਗਿਆ।
ਹੋਰ ਕੁਝ ਸਿੱਖਾਂ ਨੂੰ ਗ੍ਰਿਫਤਾਰ ਕੀਤਾ। ਤਕਰੀਬਨ 740 ਸਿੰਘਾਂ ਨੂੰ ਨਾਲ ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਪਿੰਜਰੇ 'ਚ ਬੰਦ ਕਰਕੇ ਦਿੱਲੀ ਲਿਜਾਂਦਾ ਗਿਆ। ਬਾਦਸ਼ਾਹ ਫਰਖਸ਼ੀਰ ਉਹਨਾਂ ਦਿਨਾਂ 'ਚ ਹਿੰਦੁਸਤਾਨ ਦਾ ਬਾਦਸ਼ਾਹ ਸੀ। ਕਈ ਤਰ੍ਹਾਂ ਦੇ ਤਸੀਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਤੇ। ਜਮੂਰਾਂ ਨਾਲ ਤਨ ਤੋਂ ਮਾਸ ਨੋਚਿਆ ਗਿਆ। 4-5 ਵਰ੍ਹਿਆਂ ਦਾ ਬੱਚਾ ਗੋਦ 'ਚ ਰੱਖ ਕੇ ਸ਼ਹੀਦ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੁਖ 'ਚ ਤੁੰਨਿਆ ਜਾਂਦਾ ਹੈ। ਪਰ ਅਡੋਲ ਗੁਰੂ ਕੀ ਸਿੱਖੀ ਨੂੰ ਨਿਭਾਉਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਠੇ ਨੇ। ਇੱਕ 100 ਸਿੰਘ ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਸਿੰਘਾਂ ਵੀ ਇਹੋ ਜੀ ਬਹਾਦਰੀ ਨਾਲ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ ਕਿ ਜਲਾਦ ਨੂੰ ਕਹਿੰਦੇ ਸੀ ਇੱਕ ਦੂਜੇ ਨੂੰ ਪਿੱਛੇ ਕਰਕੇ, ਹੇ ਮੁਕਤੀ ਦਾਤਾ ਪਹਿਲਾਂ ਮੈਨੂੰ ਮੁਕਤ ਕਰ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ੇਖ ਬਖਤਿਆਰ ਕਾਕੀ ਦੀ ਮਜ਼ਾਰ ਦੇ ਨੇੜੇ, ਉੱਥੇ ਬਾਬਾ ਜੀ ਦਾ ਸ਼ਹੀਦੀ ਅਸਥਾਨ ਹੈ, ਉਸ ਜਗ੍ਹਾ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਇਹੋ ਜਿਹੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਪੰਥ ਦੇ ਮਹਾਨ ਜਰਨੈਲ ਨੇ, ਮਹਾਨ ਸ਼ਹੀਦ ਨੇ। ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਸੰਨ 1716 ਈਸਵੀ ਵਿੱਚ ਬਾਬਾ ਜੀ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਉਹਨਾਂ ਸਮੇਤ ਹੋਰ ਜਿੰਨਿਆਂ ਗੁਰਮੁਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬਾਬਾ ਜੀ ਦੇ 5 ਸਾਲ 4 ਸਾਲ ਦੇ ਬੱਚੇ ਅਜੈ ਸਿੰਘ, ਬਾਬਾ ਅਜੈ ਸਿੰਘ ਦੀ ਸ਼ਹਾਦਤ ਨੂੰ ਵੀ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ।